Now the question is, how much down payment do we need? Exactly. 1.5 day with minimum down, total loan is 1.43 because CMHC has been added Exactly. to it. As a first time home buyer, this rule is not only for new construction. ਸਾਡੇ ਇੱਥੇ ਬਹੁਤ ਵਾਰ ਇੱਦਾਂ ਹੁੰਦਾ ਕਿ ਵੀ ਸਾਡੇ ਕੋਲ ਡਾਊਨ ਪੇਮੈਂਟ ਇਕੱਠੀ ਹੋ ਗਈ ਆ, ਅਸੀਂ ਪਹਿਲਾਂ ਫਟਾਫਟ ਘਰ ਲੱਭਣਾ ਸ਼ੁਰੂ ਕਰ ਦਿੰਦੇ ਆ। ਇਹ ਚੀਜ਼ ਬਾਅਦ ਚੋਂ ਦੇਖਦੇ ਆ ਵੀ ਮੌਰਗੇਜ ਵਾਲਾ ਸਿਸਟਮ ਵੀ ਅਸੀਂ ਨਾਲ ਦੇ ਨਾਲ ਦੇਖਣਾ ਆ। ਸੋ ਇਹਦੇ ਬਾਰੇ ਕੀ ਸੁਜੈਸਟ ਕਰੋਗੇ? Dekho, if you're switching from one lender to another, you will qualify at 4%. But the mortgage payment on purchase of 1.5 with minimum down, almost $7,000 ਆ ਮੈਨੂੰ। ਜੇ ਅਸੀਂ ਬਾਰਡਰ ਪਾਰ US ਦੀ ਗੱਲ ਕਰੀਏ, ਉੱਥੇ ਉਹਦਾ ਤਾਂ 15 ਸਾਲ 30 ਸਾਲ ਦੀ ਤੱਕ ਵੀ, ਹਾਂਜੀ, ਤੁਸੀਂ ਉਹਨਾਂ ਦੀ ਜਿਹੜੀ ਟਰਮ ਵੀ ਫਿਕਸ ਕਰ 30 ਸਕਦੇ years ਹੋ। ਹੁੰਦੀ ਹੈ, ਉਹਨਾਂ ਦੀ amortization ਵੀ। That is correct. ਸੋ ਇਹ ਸਰਕਾਰ ਸਾਡੀ ਇਸ ਬਾਰੇ ਕਿਉਂ ਨਹੀਂ ਸੋਚਦੀ? ਮੋਸਟ ਇੰਪੋਰਟੈਂਟ ਕੁਐਸਚਨ ਆ ਜਾ ਰਿਹਾ ਕਿ ਫਿਕਸ ਲਈਏ ਜਾਂ ਵੇਰੀਏਬਲ ਲਈਏ। ਅੱਜ ਦੇ ਹਿਸਾਬ ਨਾਲ either take a 3-year fixed ਜਾਂ take a variable term. Please don't get yourself stuck. ਤੁਸੀਂ ਮਹੀਨੇ ਦਾ 3,000 ਲੈ ਕੇ ਆ ਰਹੇ ਹੋ ਜੋ 2700 ਹੀ ਮਾਰਕੀਟ 'ਚ ਚੱਲ ਗਿਆ। ਤੁਸੀਂ ਬਿਲਸ ਕਿੱਦਾਂ ਦੇਣੇ, ਤੁਸੀਂ ਖਾਣਾ ਕਿੱਦਾਂ ਲੈਣਾ? ਸੋ ਗੱਲਬਾਤ ਦੀ ਜਦੋਂ ਗੱਲ ਆਉਂਦੀ ਹੈ ਤੇ ਇਸ ਵਕਤ ਸਭ ਨੂੰ ਪਤਾ ਹੈ ਕਿ ਕੈਨੇਡਾ ਵਿੱਚ ਨਵੀਆਂ ਅਨਾਉਂਸਮੈਂਟਸ ਹੋ ਰਹੀਆਂ ਨੇ। ਕੀ ਅਸੀਂ ਗੱਲ ਕਰ ਲਈਏ ਇਸ ਵਕਤ ਰੀਅਲ ਸਟੇਟ ਮਾਰਕੀਟ ਦੀ ਗੱਲ ਕਰ ਲਈਏ, ਅਸੀਂ ਗੱਲ ਕਰ ਲਈਏ ਇਮੀਗ੍ਰੇਸ਼ਨ ਨੂੰ ਲੈ ਕੇ। ਸੋ ਇਸ ਵਕਤ ਥੋੜ੍ਹੀ ਜਿਹੀ ਹੁਣ ਰੀਅਲ ਸਟੇਟ ਮਾਰਕੀਟ ਦੀ ਗੱਲ ਕਰ ਲਈਏ, ਕਿਉਂਕਿ ਹਮੇਸ਼ਾ ਹੀ ਹੌਟ ਟੌਪਿਕ ਬਣਿਆ ਰਹਿੰਦਾ ਰੀਅਲ ਸਟੇਟ। ਕਿਸੇ ਅਸੀਂ ਗੈਟ ਟੂਗੈਦਰ 'ਤੇ ਗਏ ਹਾਂ, ਕਿਸੇ ਪਾਰਟੀ 'ਤੇ ਗਏ ਹਾਂ, ਕਿਸੇ ਪਾਠ 'ਤੇ ਗਏ ਹਾਂ, ਜਾਂ ਫਿਰ ਅਸੀਂ ਕੋਈ ਬਰਥਡੇ ਸੈਲੀਬ੍ਰੇਸ਼ਨ 'ਤੇ ਗਏ ਹਾਂ, ਕਿਸੇ ਮੈਰਿਜ 'ਤੇ ਗਏ ਹਾਂ। ਅਕਸਰ ਬੈਠ ਕੇ ਪਹਿਲਾਂ ਤਾਂ ਮੇਲਸ ਦੇ ਵਿੱਚ ਹੁੰਦੀਆਂ ਸੀ ਇਹ ਡਿਸਕਸ਼ਨਸ ਰੀਅਲ ਸਟੇਟ ਦੀਆਂ, ਅੱਜ ਕੱਲ੍ਹ ਤਾਂ ਫੀਮੇਲਸ ਦੇ ਵਿੱਚ ਵੀ ਉਸੇ ਤਰੀਕੇ ਨਾਲ ਹੋ ਰਹੀਆਂ ਨੇ ਡਿਸਕਸ਼ਨਸ। ਖਾਸ ਤੌਰ 'ਤੇ ਜਦੋਂ ਹੁਣ ਸਾਡੇ ਵਿੱਤ ਮੰਤਰੀ ਤੇ ਸਾਡੇ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਦੀ ਗੱਲ ਕਰੀਏ ਤਾਂ ਉਹਨਾਂ ਨੇ ਲੇਟੈਸਟ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ, ਨਵੀਆਂ ਚੇਂਜਿਸ ਦੇ ਬਾਰੇ ਵਿੱਚ ਗੱਲਬਾਤ ਕੀਤੀ ਫਸਟ ਟਾਈਮ ਹੋਮ ਬਾਇਰਸ ਦੇ ਬਾਰੇ ਵਿੱਚ। ਸੋ ਇਸ ਦੇ ਬਾਰੇ ਵਿੱਚ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ, ਜਿਹੜੀ ਲਿਮਿਟ ਵਧਾ ਦਿੱਤੀ ਗਈ ਹੈ 1 ਮਿਲੀਅਨ ਤੋਂ ਵਧਾ ਕੇ 1.5 ਮਿਲੀਅਨ ਦੀ ਕਰ ਦਿੱਤੀ ਗਈ ਹੈ। ਸੋ ਇਹ ਜਿਹੀਆਂ ਬਹੁਤ ਸਾਰੀਆਂ ਨਵੀਆਂ ਚੇਂਜਿਸ ਜਿਹੜੀਆਂ ਨੇ ਫਸਟ ਟਾਈਮ ਹੋਮ ਬਾਇਰਸ ਲਈ ਕੀਤੀਆਂ ਗਈਆਂ ਨੇ। ਇਸ ਦੇ ਬਾਰੇ ਵਿੱਚ ਕਾਫੀ ਡਿਸਕਸ਼ਨ ਜਿਹੜੀ ਆ ਮਾਰਨਿੰਗ ਸ਼ੋਅ ਦੇ ਵਿੱਚ ਵੀ ਹੋਈ ਹੈ, ਈਵਨਿੰਗ ਸ਼ੋਅ ਦੇ ਵਿੱਚ ਵੀ ਹੋਈ ਹੈ। ਪਰ ਇਸ ਤੋਂ ਬਾਅਦ ਕੀ ਨਵੀਆਂ ਚੇਂਜਿਸ ਕਰ ਤਾਂ ਦਿੱਤੀਆਂ ਗਈਆਂ ਨੇ, ਪਰ ਇਸ ਦਾ ਅਸਰ ਕਿਸ 'ਤੇ ਤੇ ਕਿੰਨਾ ਕੁ ਦੇਖਣ ਨੂੰ ਮਿਲੂਗਾ? ਕੀ ਕੋਈ ਪੋਜ਼ੀਟਿਵ ਅਸਰ ਵੀ ਦੇਖਣ ਨੂੰ ਮਿਲੂਗਾ ਜਾਂ ਕਿਸ ਤਰੀਕੇ ਦਾ ਅਸਰ ਦੇਖਣ ਨੂੰ ਮਿਲੂਗਾ? ਇਸ ਦੇ ਬਾਰੇ ਵਿੱਚ ਗੱਲਬਾਤ ਕਰਨ ਲਈ ਇਸ ਵਕਤ ਸਾਡੇ ਨਾਲ ਸਟੂਡੀਓ ਵਿੱਚ ਮਾਰਗੇਜ ਐਕਸਪਰਟ ਅੰਮ੍ਰਿਤਾ ਭੋਗਲ ਜੀ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਤਰਨਜੀ, ਐਂਡ ਆਪਣੇ ਸਾਰੇ ਲਿਸਨਰਸ ਨੂੰ ਵੀ। ਕੀ ਹਾਲ ਚਾਲ ਨੇ? ਠੀਕ ਹੈ, ਤੁਸੀਂ ਦੱਸੋ? ਬਹੁਤ ਵਧੀਆ। ਹਾਂਜੀ। ਸੋ ਰੀਅਲ ਸਟੇਟ ਦੀ ਮਾਰਕੀਟ ਵਿੱਚ ਵੀ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਵੀ ਗਵਰਨਮੈਂਟ ਨਵੀਆਂ ਇਸ ਵਕਤ ਚੀਜ਼ਾਂ ਲੈ ਕੇ ਆ ਰਹੀ ਹੈ, ਨਵੇਂ ਇਸ ਵਕਤ ਅਨਾਉਂਸਮੈਂਟਸ ਹੋ ਰਹੀਆਂ ਨੇ। ਫਸਟ ਟਾਈਮ ਹੋਮ ਬਾਇਰਸ ਨੂੰ ਲੈ ਕੇ ਇੱਕ ਨਵੀਂ ਅਨਾਉਂਸਮੈਂਟ ਜਿਹੜੀ ਆ ਸਾਡੇ ਹਾਲ ਹੀ ਦੇ ਵਿੱਚ ਕ੍ਰਿਸਟੀਆ ਫਰੀਲੈਂਡ ਦੇ ਵੱਲੋਂ ਕੀਤੀ ਗਈ ਹੈ। ਸੋ ਪਹਿਲਾਂ ਤਾਂ ਆਪਾਂ ਇਹਨਾਂ ਅਨਾਉਂਸਮੈਂਟਸ ਦੇ ਬਾਰੇ ਵਿੱਚ ਮੋਟੀ ਗੱਲ ਆਪਾਂ ਸਾਂਝੀ ਕਰੀਏ ਤਾਂ ਇਹਦੇ ਵਿੱਚ ਕੀ ਨਵੀਆਂ ਚੇਂਜਿਸ ਕੀਤੀਆਂ ਗਈਆਂ ਨੇ? ਹਾਂਜੀ, ਪਹਿਲਾਂ ਆਪਾਂ ਸਮਝੇ ਕਿ ਡੈਫੀਨੇਸ਼ਨ ਆਫ ਫਸਟ ਟਾਈਮ ਹੋਮ ਬਾਇਰ ਕੀ ਆ। ਫਸਟ ਟਾਈਮ ਹੋਮ ਬਾਇਰ ਦਾ 3 criteria as a definition there. Firstly, you have never owned a primary residence in the past. ਤੁਸੀਂ ਕਦੀ ਘਰ ਲਿੱਤਾ ਹੀ ਨਹੀਂ ਪਹਿਲਾਂ, ਤੁਸੀਂ ਫਸਟ ਟਾਈਮ ਲੈ ਰਹੇ ਹੋ। Or in the last 4 years, you never owned a property or occupied a primary residence. Let's say ਤੁਸੀਂ last time you owned a home was in 2020. Okay. 4 ਸਾਲ ਹੋ ਗਿਆ ਅੱਜ। You will be qualified as a first time home buyer. ਤੁਸੀਂ ਘਰ ਵੇਚ ਕੇ you may be moved in with family. Last 4 years you never owned a property. Third criteria, maybe there's been a breakdown in marriage or for unforeseen circumstances, like you've experienced a breakdown in marriage, you will be qualified as a first time home buyer. ਹੁਣ ਆਪਾਂ ਸਮਝ ਲਿਆ ਕਿ first time home buyer ਕੀ ਹੈ। ਨੈਕਸਟ ਚੀਜ਼ ਤੁਸੀਂ ਕਹੋਗੇ ਕਿ ਅੰਮ੍ਰਿਤਾ ਪਹਿਲਾਂ ਕੀ ਸੀ ਤੇ ਅੱਜ ਕੀ ਸੀ। ਪਹਿਲਾਂ ਆਪਾਂ ਸਮਝੇ ਕਿ amortization ਕੱਲੀ 25 ਸਾਲ ਦੀ ਮਿਲਦੀ ਸੀ ਐਂਡ ਮੈਕਸਿਮਮ ਪਰਚੇਸ ਪ੍ਰਾਈਸ ਵਾਸ ਅਪ ਟੂ $1 million. ਅੱਜ it is 30 years up to 1.5 million. Okay, it's very clear. Now the question is, how much down payment do we need? Exactly. Down payment structure has not changed, Taranjit ji. So ਪਹਿਲਾਂ ਕਿੱਦਾਂ ਸੀਗਾ, ਫਸਟ 5 ਲੱਖ ਤੇ 5%, anything above 5 ਲੱਖ up to $1 million 10% ਸੀਗਾ। ਹੁਣ anything 5 ਲੱਖ to 1.5 million is still 10%. Still 10%, ਮਤਲਬ ਤੁਸੀਂ 1.2, 1.3 ਜਾਂ 1.4 ਜਾਂ 1.5 ਤੱਕ ਵੀ ਲੈਂਦੇ ਹੋ ਤਾਂ ਤੁਹਾਨੂੰ 10% ਹੀ ਪੇ ਕਰਨਾ ਪੈਣਾ। ਹਾਂ, so average comes down to about 8-9%. Let's say ਤੁਸੀਂ 1.2 ਦਾ ਕਰ ਲੈਂਦੇ as a first time home buyer. ਪਹਿਲੇ 5 ਲੱਖ ਤੇ 25,000,
ਦੂਜੇ 7 ਲੱਖ ਤੇ 70,000 so 1.2 million the purchase ਤੇ you need a minimum down payment of $95,000 $95,000 okay ਹੁਣ ਤੁਸੀਂ we come back to ਕਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਸੀ this is really good okay the question is ਇਹਦਾ ਕੀ ਅਸਰ ਆਪਣੇ first time home buyers ਤੇ how will it help them ਹਾਂ ਕਿਹੜੀ 5 extra years are na ਕਿਹੜੇ ਤੁਹਾਨੂੰ 5 extra ਸਾਲ ਮਿਲ ਰਿਹਾ it increases your purchasing power let's take an example let's leave anything above $1 million ਅੱਜ let's take an example ਕਿ ਤੁਸੀਂ ਜੀ ਆਪਣੇ client ਨੇ 950 ਦਾ ਕਾਰ ਲੈਣਾ ਦੋਨੇ ਸਿਨਾਰ 'ਚ 25 ਸਾਲ ਤੇ 95,000 ਡਾਊਨ ਤੇ ਅੱਜ ਇਹਨਾਂ ਨੇ 30 ਸਾਲ ਤੇ ਵੀ they've agreed ਅਮ੍ਰਿਤਾ ਅਸੀਂ 10% ਡਾਊਨ ਕਰਾਂਗੇ okay to get a mortgage of 950 with 95 down ਕਿਹੜੀ 25 ਸਾਲ ਦੀ mortgage ਸੀ ਪਹਿਲਾਂ ਇਨਕਮ 2 ਲੱਖ ਦੀ ਚੀਜ਼ ਸੀ I'm just giving you an estimate ਅੱਜ ਤੁਹਾਨੂੰ ਉਹਦੇ ਵਾਸਤੇ ਇਨਕਮ 185 ਦੀ ਚੀਜ਼ ਹੈ 185 ਦੀ having said that Taranji ji as rates are coming down only ਤੁਹਾਡੀ purchasing power will also increase so I think for first time home buyers this is a good time to evaluate ਆਪਣੀ situation ਨੂੰ ਸਮਝੋ because ਇੱਕ ਤਾਂ ਇਨਕਮ ਵੀ ਘੱਟ ਚੀਦੀ ਆ ਨੰਬਰ 2 ਕਿਹੜੀ ਮੰਥਲੀ ਪੇਮੈਂਟ ਉਹ ਵੀ ਘੱਟ ਰਹੀ ਆ ਹੁਣ ਆਹੀ ਐਗਜ਼ਾਮਪਲ ਆ ਕਿ ਕਿਹੜੀ 9 ਲੱਖ 950 ਦੀ ਆਪਾਂ ਪਰਚੇਸ ਲੈ ਰਹੀ ਤੁਹਾਡੀ ਪੇਮੈਂਟ ਇਜ਼ ਆਲਮੋਸਟ $500 ਲੈਸ ਅ ਮੰਥ ਬਿਕਾਜ਼ ਤੁਹਾਨੂੰ 5 ਸਾਲ ਐਕਸਟਰਾ ਮਿਲ ਰਿਹਾ ਪਰ ਫਿਰ ਉਹੀ ਅਮ੍ਰਿਤਾ ਜੀ ਉਹਨਾਂ ਦਾ ਜੇ ਅਸੀਂ 30 ਸਾਲ ਤੱਕ ਅਮੋਰਟਾਈਜ਼ੇਸ਼ਨ ਪੀਰੀਅਡ ਲੈ ਕੇ ਜਾਂਦੇ ਹਾਂ ਅਸੀਂ ਉਹਦਾ ਇੰਟਰਸਟ ਵੀ ਤਾਂ ਉਨਾ ਹੀ ਪੇ ਕਰ ਰਹੇ ਹਾਂ ਉਹਨਾਂ ਹੀ ਦੇਰ ਪਰ ਤੁਸੀਂ ਆਹ ਦੇਖੋ look we can't get everything ਮੈਂ ਤੁਹਾਨੂੰ ਆ ਨਹੀਂ ਕਹਿੰਦੀ ਕਿ ਤੁਸੀਂ ਹੁਣ 1.5 ਆ ਤੁਸੀਂ ਜਾ ਕੇ 1.5 ਦਾ ਲਓ ਆਪਾਂ ਉਹ ਸਿਚੁਏਸ਼ਨ ਤੇ ਵੀ ਐਨਾਲਾਈਜ਼ ਕਰਾਂਗੇ ਬਟ ਆਇਆ ਕਿ ਐਟਲੀਸਟ ਕਿਨਾਂ ਦੇ ਡ੍ਰੀਮਸ ਆ ਕਿ ਅਸੀਂ ਕਾਰ ਲੈਣਾ ਆ keep your budget under $1 million ਤਾਂ ਵੀ ਰੱਖੋ ਮਾਰਕੀਟ ਚ ਐਂਟਰ ਕਰ ਸਕਦੇ at least you can it's giving you an opportunity to enter the market ਹਾਂ 5 ਸਾਲ ਤੁਸੀਂ ਐਕਸਟਰਾ ਇੰਟਰਸਟ ਦੇ ਰਹੇ ਆਈ ਅਗਰੀ ਪਰ ਤੁਸੀਂ ਹੁਣ ਦੇਖੋ ਕਿੰਨਿਆਂ ਨੇ ਕਾਰ ਲੈਣੇ ਕਹਿੰਦੇ ਅਮ੍ਰਿਤਾ ਨਾ ਸਾਡੇ ਕੋਲ ਅਫੋਰਡੇਬਿਲਿਟੀ ਆ ਨਾ ਮੰਥਲੀ ਪੇਮੈਂਟ ਹੋਣੀ ਆ ਬਟ ਐਟਲੀਸਟ ਆਪ 5 ਸਾਲ ਰੀਅਲੀ ਇਟ ਇਜ਼ ਐਨ ਓਪਰਚੁਨਿਟੀ ਫॉर ਫਰਸਟ ਟਾਈਮ ਹੋਮ ਬਾਇਰਸ ਦਿਸ ਇਜ਼ ਨਾਟ ਫॉर ਇਨਵੈਸਟਰਸ ਕੋਈ ਸੋਚੇ ਯੂ ਨੋ ਹੁਣ ਅਸੀਂ ਨੋ ਦਿਸ ਇਜ਼ really for first time home buyers an opportunity to enter the market ਸੋ ਤੁਸੀਂ ਮਾਰਕੀਟ ਦੇ ਵਿੱਚ ਐਂਟਰ ਕਰਨ ਦੀ ਗੱਲ ਕੀਤੀ ਆ ਸੋ ਜਿਹੜੀ ਇਹ ਅਨਾਉਂਸਮੈਂਟ ਹੋਈ ਉਹਦੇ ਵਿੱਚ ਤੁਸੀਂ ਦੱਸਿਆ ਕਿ ਕਿਸ ਤਰੀਕੇ ਨਾਲ ਕਾਰਗਰ ਸਾਬਿਤ ਹੋ ਸਕਦੀ ਹੈ ਫਸਟ ਟਾਈਮ ਹੋਮ ਬਾਇਰਸ ਦੇ ਲਈ ਪਰ ਜਿਵੇਂ ਤੁਸੀਂ ਅਮਾਉਂਟ ਦੀ ਗੱਲ ਕੀਤੀ ਆ ਜੇ ਹੁਣ ਕੋਈ $1.5 ਮਿਲੀਅਨ ਦੀ ਜੇ ਕੋਈ ਇਨਵੈਸਟ ਫਸਟ ਟਾਈਮ ਹੋਮ ਬਾਇਰ ਪ੍ਰਾਪਰਟੀ ਲੈ ਰਿਹਾ ਤਾਂ ਉਹਦੀ ਇਨਕਮ ਫਿਰ ਕਿੰਨੀ ਕੁ ਚਾਹੀਦੀ ਹੋਏਗੀ ਐਗਜ਼ੈਕਟਲੀ ਉਹੀ ਮੇਰਾ ਪੁਆਇੰਟ ਸੀ ਕਿ ਡੋਂਟ think ਕਿ ਅੱਜ 1.5 ਤੋਂ ਅੱਜ ਮੈਂ 1.5 ਦਾ ਕਾਰ ਲੈ ਲੈਣਾ let's take an example ਕਿ ਅੱਜ ਆਪਣੇ ਕਲਾਇੰਟ ਕਹਿੰਦੇ ਅਮ੍ਰਿਤਾ ਅਸੀਂ 1.5 ਦਾ ਕਾਰ ਲੈ ਲਾਂਗੇ ਅਸੀਂ ਮਿਨੀਮਮ ਡਾਊਨ ਕਰਾਂਗੇ ਪਹਿਲਾਂ if you bought a home for 1.5 minimum down ਉਹਦੇ ਤੇ 20% ਸੀ whether you're a first time home buyer or not rule ਸੀਗਾ ਨਾ ਕਿ ਮਿਲੀਅਨ ਤੋਂ ਉੱਤੇ ਕਾਰ ਲਓ 20% ਡਾਊਨ ਚੀਦਾ 3 ਲੱਖ ਹੋ ਗਿਆ ਉਹਦੀ ਮਾਰਗੇਜ 1.2 ਹੋਣੀ ਸੀ ਅੱਜ ਕਿਹੜਾ ਫਰਸਟ ਟਾਈਮ ਹੋਮ ਬਾਇਰ 1.5 ਦਾ ਕਾਰ ਲੈ ਰਿਹਾ ਉਹਦੀ ਮਿਨੀਮਮ ਡਾਊਨ ਪੇਮੈਂਟ ਇਜ਼ 125 ਹਾਂ ਲੋਨ ਹੋ ਗਿਆ 1.375 ਇੰਸ਼ੋਰੈਂਸ ਪ੍ਰੀਮੀਅਮ ਪਾ ਕੇ ਉਹਨਾਂ ਦਾ ਲੋਨ ਹੋ ਗਿਆ 1.43 $1,430,000 ਪਰ ਤੁਸੀਂ ਦੇਖੋ ਉਹਨੂੰ ਇਨਕਮ ਕਿੰਨੀ ਚਾਹੀਦੀ ਆ ਉਹਦੇ ਵਾਸਤੇ ਉਹਨੂੰ ਕੁਆਲੀਫਾਈ ਕਰਨ ਨੂੰ ਇਨਕਮ ਆਲਮੋਸਟ $3 ਲੱਖ ਦੀ ਚਾਹੀਦੀ ਆ $10 lakh ਹੁਣ ਕਿਹਦੀ ਇਨਕਮ $3 ਲੱਖ ਆ I'm sure he can save a little more as well exactly so what this goes to tell us Taranjidi that this is not for you to maximize but for you as an opportunity ਕੱਲ ਤੁਸੀਂ ਮਿਲੀਅਨ ਦਾ ਕਾਰ ਦੇਖ let's say ਤੁਸੀਂ ਅੱਜ 1050 ਦਾ ਕਾਰ ਲੈ ਸਕਦੇ ਆ ਉਹਦੀ ਬੇਸਮੈਂਟ ਵੀ ਫਿਨਿਸ਼ਡ ਹੋਊਗੀ ਤੁਹਾਨੂੰ ਉੱਥੋਂ ਵੀ ਇਨਕਮ ਆ ਸਕਦੀ ਆ ਪਰ ਜਿਹੜਾ 1.5 ਮਿਲੀਅਨ ਦਾ ਘਰ ਅਫੋਰਡ ਕਰ ਸਕਦਾ ਫਿਰ ਉਹ ਤਾਂ 20% ਡਾਊਨ ਪੇਮੈਂਟ ਵੀ ਅਫੋਰਡ ਕਰ ਸਕਦਾ so I don't see this to be as attractive for going up to 1.5 with one only ਤੁਹਾਡੀ mortgage payment ਜ਼ਿਆਦਾ ਤੁਹਾਡੀ mortgage payment on purchase of 1.5 with minimum down almost $7,000 ਆ ਮਹੀਨੇ ਦੀ $7,000 ਉਹੀ client ਕਿਹੜਾ 20% pay ਕਰ ਰਿਹਾ ਉਹਦੀ payment almost $6,000 ਆ $1,000 ਦਾ ਫਰਕ ਆ so ਤੁਹਾਡੀ day to day cash flow ਵੀ ਤਾਂ ਦੇਖੋ so if we really understand this fully this program is for first time home buyers who want to look in the $1 million, $1.1 million, $1.2 million range
not for the people ਜਿਹੜੇ ਕਿ less than 1 million ਦੇਖ ਰਹੇ ਨੇ even for 1 million ਵਾਸਤੇ ਉਹਨਾਂ ਵਾਸਤੇ affordability is easier now 30 ਸਾਲ ਤੁਹਾਨੂੰ 5 ਸਾਲ extra ਮਿਲ ਗਏ ਉਹਨਾਂ ਵਾਸਤੇ ਵੀ this is really good this is an opportunity for first time home buyers to buy a property and enter the market ਸੋ ਅੰਮ੍ਰਿਤਾ ਜੀ ਗੱਲਬਾਤ ਹੋ ਰਹੀ ਸੀ ਜਿਵੇਂ 1.1 ਮਿਲੀਅਨ ਦੀ ਗੱਲਬਾਤ ਹੋ ਰਹੀ ਸੀ ਸੋ ਉਹੀ ਹੈ ਕਿ ਵੀ ਜੇ ਅਸੀਂ ਡਾਊਨ ਪੇਮੈਂਟ ਦੀ ਗੱਲ ਕਰਦੇ ਹਾਂ ਜਾਂ ਅਮੋਰਟਾਈਜ਼ੇਸ਼ਨ ਪੀਰੀਅਡ ਦੀ ਗੱਲ ਕਰਦੇ ਹਾਂ ਤਾਂ CMHC ਫੀਸ ਵੀ ਤਾਂ ਓਨੀ ਹੀ ਜਾਏਗੀ ਸਾਡੀ ਹਾਂਜੀ CMHC ਹੁਣ ਕਿੱਦਾਂ ਆਪਾਂ 1.5 ਮਿਲੀਅਨ ਦੇ ਘਰ ਤੇ ਲਿੱਤੀ ਹੈ ਅਜੇ ਤਰਨਜੀ ਇਹਨਾਂ ਨੇ full clarity ਨਹੀਂ ਦਿੱਤੀ ਕਿ CMHC fee will increase okay but assuming ਕਿ let's say ਤੁਸੀਂ 1.5 ਦਾ ਘਰ ਲੈਣੇ ਤੁਸੀਂ minimum down ਕਰ ਰਹੇ ਹੋ 125 ਕਿੱਦਾਂ ਬਾ ਗੱਲ ਕੀਤੀ ਸੀ and we use CMHC 4% ਦੇ ਉਹਦੀ CMHC fee is almost $35,000 1.5 ਤੇ with minimum down ਤੁਹਾਡਾ loan is 1.43 because CMHC has been added to it. So really, that's why this is not an opportunity for you to maximize because onnai thode vaste month to month payment is going to be difficult. As a mortgage advisor, ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇਹ ਕਿੰਨਾਂ ਲਈ ਜ਼ਿਆਦਾ beneficial ਹੋ ਸਕਦਾ? ਹਾਂਜੀ beneficial for our first time home buyers who are looking below $1 million or just slightly over $1 million. Because even below $1 million is a good opportunity ਹੁਣ ਤੁਹਾਨੂੰ 5 ਸਾਲ ਐਕਸਟਰਾ ਮਿਲ ਰਿਹਾ ਕੁਆਲੀਫਿਕੇਸ਼ਨ ਕੱਟ ਕੇ ਉਹ 5 ਸਾਲਾਂ ਦਾ ਕੀ ਅਸਰ ਆ ਇਸ ਅ ਕੁਐਸਚਨ 5 ਸਾਲ ਦਾ ਆਹ ਅਸਰ ਆ that your purchasing power has increased by almost $50,000-$60,000 ਕਿਤੇ ਤੁਸੀਂ ਹੁਣ ਉਹੀ ਇਨਕਮ ਨਾਲ 9 ਲੱਖ ਦਾ ਲੈਣਾ ਸੀ ਯਾਰ ਤੁਸੀਂ 950-960 ਦਾ ਲੈ ਸਕਦੇ ਇਹਦਾ ਆਹ ਅਸਰ ਆ ਤੇ ਤਰਨਜੀਤ ਜੀ ਇੱਕ ਹੋਰ ਚੀਜ਼ ਆ ਕਿ which we need to clarify as a first-time home buyer, this rule is not only for new construction. ਮੇਰਾ ਸਵਾਲ ਅਗਲਾ ਹੀ ਸੀ ਕਿ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਸਿਰਫ ਇਹ ਨਿਊ ਕੰਸਟਰਕਸ਼ਨਸ ਦੇ ਉੱਤੇ ਹੀ ਹੈ ਨਹੀਂ as long as you're a first-time home buyer, you can also buy a resale property with the same rules ke 30-year amortization up to 1.5 million. So first-time home buyer, you can buy either pre-construction or resale with 30-year amortization with minimum down. So AHA rule is for both resale and pre-construction. ਸੋ ਜਿਵੇਂ ਤੁਸੀਂ ਪ੍ਰੀ ਕੰਸਟਰਕਸ਼ਨ ਦੀ ਵੀ ਗੱਲਬਾਤ ਕੀਤੀ ਹੈ ਮੈਨੂੰ ਕੁਝ ਸਵਾਲ ਵੀ ਆ ਰਹੇ ਨੇ ਇੱਕ ਸਵਾਲ ਇਹ ਵੀ ਹੈ ਕਿ ਕੁਝ ਇਹਨਾਂ ਨੇ ਸਟ੍ਰੈਸ ਨੂੰ ਲੈ ਕੇ ਵੀ ਕੋਈ ਗੱਲਬਾਤ ਕੀਤੀ ਸੀ ਥੋੜਾ ਜਿਹਾ ਉਸ ਦੇ ਉੱਤੇ ਚਾਨਣਾ ਪਾਉਂਗੇ ਸੋ that is a totally different topic to this. Okay ਆਪਾਂ ਗੱਲ ਕਰ ਲਿਓ ਅੱਜ first time home buyers ਦੀ which is effective December. ਹੁਣ ਕਿਹਨਾਂ ਨੇ ਲਾਸਟ ਵੀਕ ਇੱਕ ਹੋਰ new rule ਕੱਢਿਆ ਹੈ which is effective November. ਅੱਜ ਤਰਨਜੀਤ ਤੁਹਾਡੇ ਕੋਲ mortgage ਹੈਗੀ ਆ with bank ABCD. ਤੁਹਾਡੀ renewal ਆ ਰਹੀ this is only at renewal. Okay. ਤੁਹਾਡੀ renewal ਆ ਰਹੀ you want to go to bank DEF. Okay. We can move that same mortgage for the same amount. Not increasing the amortization, you can switch and switch can there. Okay. You're switching from one lender to another. You don't have to stress test. Meaning, आज जो rate when you're moving from one bank to another, आज जो rate 4% मिल रहा है, you still have to qualify at 4%. Okay. Previously, if you moved lenders, you would stress test at today's rate of 4 plus 2. You'd qualify at 6. 6%. But आज, if you're switching from one lender to another, you will qualify at 4%. But Taranjit, both questions are कि sanu tavi income dikhani pogi. Yes, you still have to qualify at 4%. But instead of qualifying at stress rate of 6%, you will just qualify at the rate the bank is giving you. Let's say by end of year, keri meri personal prediction na our rates are already below 4. Some lenders are giving you rates below 4%. Let's say it's at 3.5%. You'll qualify at 3.5%. Okay. But Taranjit, it's very, very important to understand one thing. Let's say ਤੁਸੀਂ ਕਾਰ ਲਿੱਤਾ ਸੀਗਾ in 2019. 5 ਸਾਲ ਹੋ ਗਏ ਤੁਹਾਡੀ renewal ਆ ਰਹੀ ਹੈ. ਤੁਸੀਂ ਕਹਿੰਦੇ ਅਮ੍ਰਿਤਾ ਮੈਨੂੰ ਨਾ ਦੂਜੇ lender ਤੇ move ਕਰ ਦੋ, I'm getting a better rate. Sure. We will move you. But you can't say ਅਮ੍ਰਿਤਾ ਥੋੜੇ ਜਿਹੇ ਐਕਸਟਰਾ ਪੈਸੇ ਵੀ ਜੋ ਰੀਫਾਈਨੈਂਸ ਹੋਦੇ ਸਾਡੇ ਕਰਜ਼ੇ ਉਹ ਵੀ ਅਸੀਂ ਪੇ ਆਫ ਕਰ ਦੇ that is a refinance that is okay. That is not a switch. Switch means you do not change the terms of your mortgage. So the amortization same ਰਹਿੰਦੀ ਹੈ, ਤੁਹਾਡਾ loan amount same ਰਹਿੰਦਾ, so you cannot change those. You're switching a lender.
ਸੋ ਤੁਸੀਂ ਜਿਵੇਂ ਰੀਫਾਈਨੈਂਸਿੰਗ ਦੀ ਗੱਲ ਕੀਤੀ ਹੈ, ਇਹਦੇ ਵਿੱਚ ਇੱਕ ਸਵਾਲ ਵੀ ਸਾਨੂੰ ਆਇਆ ਹੋਇਆ ਤੇ ਉਹਨਾਂ ਦਾ ਕਹਿਣਾ, ਅਵੀ ਜੀ ਦਾ ਇਹ ਸਵਾਲ ਹੈ, ਉਹ ਕਹਿ ਰਹੇ ਨੇ ਕਿ ਜੇ ਕਿਸੇ ਨੇ ਆਲਰੇਡੀ ਘਰ ਲਿਆ ਹੈ, 25 ਸਾਲ ਹੋ ਗਏ ਨੇ ਘਰ ਲਏ ਨੂੰ, ਕੀ ਉਹ ਦੁਬਾਰਾ ਫਾਈਨੈਂਸ ਕਰਾ ਸਕਦੇ ਨੇ 30 ਇਅਰਸ ਲਈ? ਕਿਉਂਕਿ 25 ਇਅਰਸ ਦੀ ਕਹਿੰਦੇ 25 ਸਾਲ ਦੀ ਜਿਹੜੀ ਮੌਰਗੇਜ ਹੈ ਉਹ ਬਹੁਤ ਜ਼ਿਆਦਾ ਹੋਏਗੀ। 100%। ਦੇਖੋ ਕਿਹੜਾ ਦੋ ਰੂਲਸ ਆਏ ਆ, that has not, it has not changed any previous rules। ਤੁਹਾਡੇ ਕੋਲ ਕਾਰ ਲਿੱਤਾ ਸੀ ਤੁਸੀਂ, let's say 5 ਸਾਲ ਪਹਿਲਾਂ ਵੀ, of course you can increase the amortization, but that means refinancing। We are refinance the key matlab hunda when you're changing the terms of your mortgage। Maybe you're increasing the amount, maybe you're increasing the amortization। 100% ਤੁਸੀਂ 25 ਸਾਲ to 30 ਸਾਲ ਜਾ ਸਕਦੇ as long as ਤੁਹਾਡੇ ਕਾਰ 'ਚ equity is more than 20% or equal to 20। ਓਕੇ, ਹੁਣ let's take ਆਪਣੇ clients ਨੇ ਕਿੰਨਾ ਆਪਾਂ ਨੂੰ question ਪੁੱਛਿਆ, ਉਹਨਾਂ ਨੇ ਕਾਰ ਲਿੱਤਾ ਸੀ ਕਹਿੰਦੇ 25 ਸਾਲ ਪਹਿਲਾਂ, let's assume ਉਦੋਂ ਉਹਨਾਂ ਨੇ ਲਿੱਤਾ ਸੀ ਕਾਰ 5 ਲੱਖ ਦਾ। minimum I'm being very conservative, ਅੱਜ the property values 25 ਸਾਲ ਪਹਿਲਾਂ I'm sure the value is over $1 million। let's say 9 ਲੱਖ, they have more than 20% equity। 100% they can get 30-year amortization, and they can, jo bhi another loan amount will be qualified at 30 years। 100% they can। ਅਗਲਾ ਸਵਾਲ ਰਾਹੁਲ ਜੀ ਦਾ ਹੈ, ਉਹ ਕਹਿ ਰਹੇ ਨੇ ਕਿ ਕੈਨ ਅ ਬਾਇਰ ਗੈਟ ਮੌਰਗੇਜ ਫॉर ਫੁੱਲ ਅਮਾਊਂਟ ਆਫ ਬਿਲਡਰ ਪਰਚੇਸ ਪ੍ਰਾਈਸ ਫॉर condos as usually market price gets appreciated in 4 years? very very good question। let's say ਤੁਸੀਂ ਅੱਜ condo ਲਿੱਤਾ 6 ਲੱਖ ਦਾ, ਤੁਹਾਡੀ closing ਆਉਂਦੀ ਹੈ 2029 'ਚ ਤੇ ਉਦੋਂ ਆ ਕਾਰ ਦੀ value 8 ਲੱਖ ਦੀ ਆ। majority of the banks as of today will give you the mortgage based on purchase price, which is 6 lakh de। ਹੁਣ 6 lakh de if you have to put 20 down, ਤੁਹਾਨੂੰ mortgage ਮਿਲੂਗੀ 480 ਦੇ ਹਿਸਾਬ ਦੇ, not 8 lakh ਦੇ। ਹਾਂ, there are some alternate lenders who will give you the mortgage based on appraised price। ਹਾਂਜੀ। ਸੋ ਫਿਕਸਡ ਜਾਂ ਫਿਰ ਵੇਰੀਏਬਲ, ਕੀ ਤੁਸੀਂ ਸੁਜੈਸਟ ਕਰਦੇ ਹੋ ਜਿਹੜੇ ਫਰਸਟ ਟਾਈਮ ਹੋਮ ਬਾਇਰ ਇਸ ਵਕਤ ਘਰ ਦੇ ਬਾਰੇ ਵਿੱਚ ਸੋਚ ਰਹੇ ਨੇ? ਹਾਂਜੀ, no, that's again the most important question आज आ रहा है कि फिक्स लइए वेरिएबल लइए। मेरी आह सजेशन आ कि if थोड़े कोल होल्ड कैपेसिटी हैगी आ, टेक वेरिएबल। क्यों? because हजे वेरिएबल रेट्स कटने we are in a market where the rates are coming down। and when तुसी वेरिएबल रेट लेने आ, you can convert it to fixed at any time for the remainder of your period। But let's say you're getting a very good rate of fixed, your lender is giving you a rate of 3.85। My suggestion is take a 3-year fixed rate। Kyo? Because 3 years, haje rates will come down। Don't lock yourself for 5 years। 3 years is a good time to lock yourself। At least ke rates katte, you're not locking for a longer period। So I would say if you want to take fixed, take a shorter term or take variable। ਇਹ ਸਿਰਫ ਸਾਡੇ ਇੱਥੇ ਹੀ ਆ ਕੈਨੇਡਾ ਵਿੱਚ ਕਿ ਸਾਨੂੰ 2 ਸਾਲ ਜਾਂ 5 ਸਾਲ ਬਾਅਦ ਜਿਹੜੀ ਮੌਰਗੇਜ ਰੀਨਿਊਅਲ ਆ ਜਾਂਦੀ ਆ। ਆਮ ਤੌਰ ਤੇ ਜੇ ਅਸੀਂ ਬਾਰਡਰ ਪਾਰ US ਦੀ ਗੱਲ ਕਰੀਏ, ਉੱਥੇ ਤਾਂ 15 ਸਾਲ 30 ਸਾਲ ਤੱਕ ਤੁਸੀਂ ਜਿਹੜੀ ਫਿਕਸ ਕਰ ਸਕਦੇ ਹੋ। 30 ਹੁੰਦੀ ਆ ਉਹਨਾਂ ਦੀ amortization ਵੀ। that is correct। ਸੋ ਇਹ ਸਰਕਾਰ ਸਾਡੀ ਇਸ ਬਾਰੇ ਕਿਉਂ ਨਹੀਂ ਸੋਚਦੀ? ਲੈਟਸ ਹੋਪ ਕਿ ਉਹ ਵੀ ਅੱਜ ਕਦੀ ਚੇਂਜਸ ਆਉਣਗੇ। ਕੋਈ ਲੈਂਡਰਸ ਹੈਗੇ ਕਿ 10 ਸਾਲ ਦਿੰਦੇ, very few lenders, but general term for variable is 5 years। Before COVID, up a fixed, we never talked about 3-year fixed। We all took 5-year terms। General together, we all took 5-year। We're in a very different market आज। जो आप experience कितना in the last 3 years, जो rate 1.5% ते सिगे variable, आप कभी देखे नहीं सी। Never in history in Canada were rates at 1.5%। So in that term, I would say आज दे हिसाब नाल either take a 3-year fixed या take a variable term। ਸਾਡੇ ਇੱਥੇ ਬਹੁਤ ਵਾਰ ਇੱਦਾਂ ਹੁੰਦਾ ਕਿ ਵੀ ਸਾਡੇ ਕੋਲ ਡਾਊਨ ਪੇਮੈਂਟ ਇਕੱਠੀ ਹੋ ਗਈ ਆ, ਅਸੀਂ ਪਹਿਲਾਂ ਫਟਾਫਟ ਘਰ ਲੱਭਣਾ ਸ਼ੁਰੂ ਕਰ ਦਿੰਦੇ ਆ। ਇਹ ਚੀਜ਼ ਬਾਅਦ ਚੋਂ ਦੇਖਦੇ ਆ ਵੀ ਮੌਰਗੇਜ ਵਾਲਾ ਸਿਸਟਮ ਵੀ ਅਸੀਂ ਨਾਲ ਦੀ ਨਾਲ ਦੇਖਣਾ ਆ। ਸੋ ਇਹਦੇ ਬਾਰੇ ਕੀ ਸੁਜੈਸਟ ਕਰੋਗੇ? ਦੇਖੋ, this is ਜੋ I think has played a big role in our market and has spoiled our market to an extent। ਕਈਆਂ ਦੀ ਅਫੋਰਡੇਬਿਲਿਟੀ ਨਹੀਂ ਵੀ ਸੀਗੀ, ਉਹਨਾਂ ਨੇ ਵੀ ਕਾਰ ਲਿੱਤੇ ਆ। ਹੁਣ ਮੈਨੂੰ 2 ਵੀਕ ਪਹਿਲਾਂ ਇੱਕ ਕਲਾਇੰਟ ਦਾ ਫੋਨ ਆਇਆ ਸੀ, ਉਹ ਕਹਿੰਦਾ ਕਿ ਅਮ੍ਰਿਤਾ ਮੇਰੀ ਇਨਕਮ $60,000 ਆ, ਮੇਰੇ ਕੋਲ 10% ਡਾਊਨ ਆ। ਅਸੀਂ ਉਹਦੀ ਇਨਕਮ ਦੇਖ ਕੇ ਕੈਨੇਡਾ ਚਾਈਲਡ ਬੈਨੀਫਿਟ ਪਾ ਕੇ ਤਾਂ ਵੀ 70,000 ਆ ਰਹੀ ਸੀ। ਉਹ ਕਹਿੰਦਾ ਮੈਂ 7 ਲੱਖ ਦਾ ਕਾਰ ਲੈਣਾ, ਮੈਂ 10% ਡਾਊਨ ਕਰ ਦੂੰਗਾ। ਮੈਂ ਕਿਹਾ ਓਕੇ।
ਮੈਂ ਕਿਹਾ ਫਰਸਟਲੀ ਤੁਸੀਂ ਨਹੀਂ ਕੁਆਲੀਫਾਈ ਕਰਦੇ ਹੋ, ਕਹਿੰਦੇ ਪਰ ਬਥੇਰੇ ਆ ਬਾਹਰ ਕਰਦੇ। ਮੈਂ ਕਿਹਾ ਓਕੇ ਲੈਟਸ ਅਸਿਊਮ ਕਿ ਤੁਹਾਡੀ ਮੌਰਗੇਜ ਹੋ ਜਾਂਦੀ ਆ, ਤੁਸੀਂ ਮੈਨੂੰ ਆਹ ਦੱਸੋ ਜੋ ਤੁਸੀਂ ਅੱਜ 5 ਲੱਖ ਦਾ ਵੀ ਕਾਰ ਲੈਣੇ ਵਿਦ 50 ਡਾਊਨ, 450 ਦੀ ਮੌਰਗੇਜ ਹੋ ਗਈ, ਇੰਸ਼ੋਰੈਂਸ ਪ੍ਰੀਮੀਅਮ ਪਾ ਕੇ ਤਾਂ ਵੀ 470 ਦੀ ਉਹਨਾਂ ਦੀ ਮੌਰਗੇਜ ਹੋ ਗਈ। 470 ਤੇ ਮੌਰਗੇਜ ਤੁਹਾਡੀ ਮਿਨੀਮਮ ਪੇਮੈਂਟ ਐਟਲੀਸਟ ਜੋ ਤੁਸੀਂ 3 ਇਅਰ ਫਿਕਸਡ ਵੀ ਲੈਣੇ ਆ 2700 ਹੋਗੀ। ਤੁਸੀਂ ਮਹੀਨੇ ਦਾ 3000 ਲੈ ਕੇ ਆ ਰਹੇ ਹੋ ਜੋ 2700 ਹੀ ਮੌਰਗੇਜ 'ਚ ਚਲ ਗਿਆ। ਤੁਸੀਂ ਬਿਲਸ ਕਿੱਦਾਂ ਦੇਣੇ, ਤੁਸੀਂ ਖਾਣਾ ਕਿੱਦਾਂ ਲੈਣਾ। ਸੋ ਮਾਈ ਕੁਐਸਚਨ, ਮੈਂ ਤਾਂ ਉਹਨਾਂ ਨੂੰ ਪੁੱਛਿਆ ਚਲੋ ਲੈਟਸ ਅਸਿਊਮ ਤੁਹਾਡੀ ਮੌਰਗੇਜ ਕੁਆਲੀਫਾਈ ਹੋ ਜਾਂਦੀ ਆ, ਆਈ ਵਾਂਟ ਯੂ ਟੂ ਟੈਲ ਮੀ ਤੁਸੀਂ ਆ ਕਾਰ ਕੁਆਲੀਫਾਈ ਕਿੱਦਾਂ ਕਰਨਾ। ਤੁਸੀਂ ਕੁਆਲੀਫਾਈ ਵੀ ਕਰਦੇ, ਤੁਸੀਂ ਅਫੋਰਡ ਕਿੱਦਾਂ ਕਰਨਾ ਕਰ, ਤੁਸੀਂ ਬਿਲਸ ਕਿੱਥੋਂ ਦੇਣਾ, ਤੁਸੀਂ ਪ੍ਰੋਪਰਟੀ ਟੈਕਸ ਕਿੱਥੋਂ ਦੇਣਾ, ਤੁਸੀਂ ਖਾਣਾ ਕਿੱਥੋਂ ਲੈਣਾ, ਯੂ ਹੈਵ ਅ ਨਿਊ ਬੋਰਨ ਚਾਈਲਡ, ਹਾਊ ਆਰ ਯੂ ਗੋਇੰਗ ਟੂ ਸਪੋਰਟ ਯੋਰ ਫੈਮਲੀ ਐਂਡ ਮੇਨਟੇਨ ਦਿਸ ਹਾਊਸ। ਕਹਿੰਦਾ ਉਹ ਤਾਂ ਸੋਚਿਆ ਹੀ ਨਹੀਂ, ਅਸੀਂ ਤਾਂ ਆਹੀ ਦੇਖਦੇ ਕਿ ਕਈਆਂ ਦੀ 60-70 ਨਾਲ ਵੀ ਹੋਈ ਜਾ ਰਹੀ ਆ ਮੌਰਗੇਜ। ਮੈਂ ਕਿਹਾ ਮੌਰਗੇਜ ਦੀ ਨਹੀਂ ਗੱਲ ਹੁੰਦੀ, ਤੁਸੀਂ ਆਹ ਦੇਖੋ ਕੈਨ ਯੂ ਅਫੋਰਡ ਇਟ। ਤਾਂ ਅੱਜ ਕਿਹਨਾਂ ਨੇ ਆਹ ਕੰਮ ਕੀਤੇ ਉਹ ਫਸੇ ਹੋਇਆ, ਨਾ ਹੀ ਉਹ ਵੇਚ ਸਕਦੇ ਆ ਬਿਕੋਜ਼ ਪ੍ਰਾਈਸਿਸ ਹੈਵ ਡਰੌਪ ਫਰੋਮ ਬਿਫੋਰ। ਸੋ ਸਾਨੂੰ ਮੈਂ ਇਹਦੇ ਬਾਰੇ ਜਿਵੇਂ ਤੁਸੀਂ ਗੱਲ ਕੀਤੀ ਆ, ਇਹੀ ਮੇਰੇ ਦਿਮਾਗ ਵਿੱਚ ਸਵਾਲ ਆ ਰਿਹਾ ਸੀ ਕਿ ਜਿਹੜਾ ਇਸ ਵਕਤ ਇਹ ਨਵੀਂ ਅਨਾਊਂਸਮੈਂਟ ਹੋਈ ਹੈ ਇਹ ਤਾਂ ਫਿਰ ਉਹਨਾਂ ਲਈ ਜ਼ਿਆਦਾ ਬੈਨੀਫੀਸ਼ੀਅਲ ਆ ਜਿਹੜੇ 1.1 ਤੋਂ ਉੱਪਰ ਦਾ ਘਰ ਲੈਣਾ ਚਾਹੁੰਦੇ ਆ, ਜਿਹੜੇ 1.1 ਮਿਲੀਅਨ ਤੋਂ ਘੱਟ ਦਾ ਘਰ ਲੈਣਾ ਚਾਹੁੰਦੇ ਆ। ਪਹਿਲਾਂ ਤਾਂ ਮਾਰਕੀਟ 'ਚ ਇੰਨੀ ਛੇਤੀ ਇੰਨੇ ਘਰ ਮਿਲ ਹੀ ਨਹੀਂ ਰਹੇ ਇਸ ਲੈਵਲ ਦੇ। ਹਾਂ ਬਿਕੋਜ਼ ਮੋਸਟ ਅਫੋਰਡੇਬਲ ਰੇਂਜ ਇਜ਼ ਬਿਲੋ $1 million। ਐਗਜ਼ੈਕਟਲੀ। ਤੇ ਉਹਦੇ ਤੱਕ ਪਹੁੰਚਣ ਲਈ ਉਹ ਕਿੰਨੀ ਜਹਿਦ ਕਰਨੀ ਪੈ ਰਹੀ ਹੈ ਤੇ ਕੀ ਹਰੇਕ ਦੀ ਉਨੀ ਇਨਕਮ ਕੋਈ ਕੁਆਲੀਫਾਈ ਕਰ ਪਾ ਰਿਹਾ। ਇਦੋਂ ਸਰਕਾਰ ਨੂੰ ਫਸਟ ਟਾਈਮ ਹੋਮ ਬਾਇਰਸ ਲਈ ਕੁਝ ਹੋਰ ਸਟੈਪ ਵੀ ਚੱਕੇ ਜਾ ਸਕਦੇ ਸੀ ਰਾਦਰ ਦੈਨ ਕਿ 1.5 ਮਿਲੀਅਨ ਤੱਕ ਅਮਾਊਂਟ ਕਰਨ ਦੇ। ਬਟ ਆਈ ਥਿੰਕ ਮੋਰ ਦੈਨ 1.5 ਮਿਲੀਅਨ ਦਾ ਬਹੁਤ ਨਹੀਂ ਅਸਰ ਹੋਊਗਾ, ਆਈਲ ਟੈਲ ਯੂ ਦੈਟ ਮਚ। ਬਟ ਕਿਰਨ ਨੇ ਐਕਸਟਰਾ 5 ਸਾਲ ਦਿੱਤੇ ਨਾ, that will help first time home buyers. That will definitely help first time home buyers and you have to qualify for that mortgage. ਜੀ ਇੱਕ ਸਵਾਲ ਸਾਨੂੰ ਆ ਰਿਹਾ ਤਲਵਿੰਦਰ ਸਿੰਘ ਜੀ ਦਾ, ਉਹ ਕਹਿੰਦੇ ਇਫ ਆਈ ਹੈਵ ਫਿਕਸਡ ਮੌਰਗੇਜ ਐਟ ਰੇਟ ਆਫ 5 ਕੈਨ ਆਈ ਸਵਿਚ ਟੂ ਅ ਨਿਊ ਲੈਂਡਰ ਵਿਦ ਨਿਊ ਲੋ ਰੇਟਸ ਕੀਪਿੰਗ ਆਲ ਅਦਰ ਟਰਮਸ ਕੰਡੀਸ਼ਨਸ ਸੇਮ? No, this new rule is at renewal. Switch at renewal. How let's very good question and it's important to understand this. ਅੱਜ ਤੁਹਾਡੀ ਫਿਕਸਡ ਰੇਟ ਆ, ਤੁਸੀਂ 3 ਸਾਲ ਦੀ, ਉਹਨਾਂ ਨੇ 3 ਸਾਲ ਦੀ ਟਰਮ ਲਿੱਤੀ ਸੀ, 5 ਸਾਲ ਦੀ 5 ਸਾਲ ਦੀ ਲਿੱਤੀ ਸੀ, ਲੈਟਸ ਸੇ ਸਾਲ ਹੋਇਆ, 4 ਰਹਿ ਗਏ, you cannot switch because you're breaking the mortgage. ਅੱਜ ਤੁਸੀਂ ਆਹ ਲੈਂਡਰ ਨਾਲ you're breaking it. ਫਿਰ ਤਾਂ refinance ਹੋ ਗਿਆ। Okay. No, you cannot do that. It is at renewal. You can switch without having to stress test. But you cannot just switch in between a term. To say, 5 ਸਾਲ ਦੀ ਲਿੱਤੀ ਸੀ, you want to just switch. You cannot do that. You can do that, but you have to pay the penalty. And you'll have to qualify again, stress test it. ਅਖੀਰ ਦੇ ਵਿੱਚ ਜਿਵੇਂ ਹਾਊਸਿੰਗ ਕ੍ਰਾਈਸਿਸ ਦੀ ਅਕਸਰ ਇਹ ਗੱਲਬਾਤ ਕਰਦੇ ਆ, ਪਰ ਦੂਜੇ ਪਾਸੇ ਬਹੁਤ ਸਾਰੇ ਨੇ ਅਜੇ ਵੀ ਮਾਰਕੀਟ ਦੇ ਵਿੱਚ ਹਲਚਲ ਚੱਲ ਰਹੀ ਹੈ। ਸੋ ਅਖੀਰ 'ਚ ਜਾਣ ਤੋਂ ਪਹਿਲਾਂ ਐਜ਼ ਅ ਮੌਰਗੇਜ ਐਡਵਾਈਜ਼ਰ ਤੁਸੀਂ ਕੀ ਐਡਵਾਈਸ ਕਰਨਾ ਚਾਹੋਗੇ? ਮੇਰੀ ਇੱਕੋ ਹੀ ਐਡਵਾਈਸ ਹੁੰਦੀ ਹੈ ਦੈਟ ਪਲੀਜ਼ ਜੋ ਵੀ ਤੁਸੀਂ ਡਿਸੀਜਨ ਲੈਣੇ ਆ ਸੋਚ ਸਮਝ ਕੇ ਲਓ। ਸਪੀਕ ਟੂ ਡਿਫਰੈਂਟ ਪ੍ਰੋਫੈਸ਼ਨਲਸ, ਤੁਹਾਡੀ ਆਪਦੀ ਓਨ ਡਿਊ ਡਿਲੀਜੈਂਸ ਕਰੋ। ਜੋ ਤੁਹਾਨੂੰ ਇੱਕ ਨੇ ਕਹਿ ਤਾ ਕੋਈ ਨਾ ਲੈ ਲਓ ਹੋ ਜੂਗੀ ਮੌਰਗੇਜ, ਜਾਂ ਕਿਸੇ ਨੇ ਕਹਿ ਤਾ ਫਿਕਰ ਨਾ ਕਰੋ। ਨੋ, ਤੁਸੀਂ ਆਪਦਾ ਦੇਖੋ, ਤੁਹਾਡੇ ਪੈਸੇ ਆ, ਤੁਹਾਡੀ ਇਨਕਮ ਆ। ਨੋਬਡੀ ਸ਼ੁੱਡ ਪੁਸ਼ ਯੂ ਟੂ ਡੂ ਸਮਥਿੰਗ ਅੰਟਿਲ ਤੁਸੀਂ ਫੁੱਲੀ ਉਹ ਸਿਚੁਏਸ਼ਨ ਨੂੰ ਅੰਡਰਸਟੈਂਡ ਕਰਦੇ। ਪਲੀਜ਼ ਡੋਂਟ ਗੈਟ ਯੋਰਸੈਲਫ ਸਟਕ। ਆਈ ਸੀ ਅ ਲੋਟ ਆਫ ਆਪਣੇ ਬੰਦੇ ਆਰ ਸਫਰਿੰਗ ਬਿਕੋਜ਼ ਦੇਵ ਮੇਡ ਬੈਡ ਡਿਸੀਜਨਸ। ਹੁਣ ਨਾ ਹੀ ਨਿਕਲ ਸਕਦੇ ਆ, ਦੇ ਹੈਵ ਟੂ ਵੇਟ ਇਟ ਆਊਟ। ਸੋ ਮੇਰੀ ਆਹੀ ਸਲਾਹ ਆ ਕਿ ਜੋ ਵੀ ਡਿਸੀਜਨ ਤੁਸੀਂ ਲੈਣੇ ਸੋਚ ਸਮਝ ਕੇ ਲਓ। ਤੇ ਜੇ ਕੋਈ ਆਪਣਾ ਘਰ ਵੇਚਣਾ ਚਾਹੁੰਦਾ ਤਾਂ ਜੇ ਘਰ ਵੇਚਣ ਦੀ ਇਹ ਕੰਡੀਸ਼ਨ ਹੈਗੀ ਆ ਤਾਂ ਕੀ ਇਸ ਨੂੰ ਇਹ ਮੰਨਿਆ ਜਾਏਗਾ ਕਿ ਇਹ ਮੌਰਗੇਜ ਬ੍ਰੇਕ ਹੋ ਰਹੀ ਹੈ? ਡਿਪੈਂਡ ਕਰਦਾ when they're selling it, right? Let's say ਤੁਹਾਡੇ ਕੋਲ ਫਿਕਸਡ ਰੇਟ ਮੌਰਗੇਜ, ਤੁਸੀਂ ਕਾਰ ਵੇਚ ਕੇ ਇੱਕ ਹੋਰ ਕਾਰ ਲੈ ਰਹੇ। If you have a fixed rate mortgage, you can port it. Okay. You can port your mortgage based on ਜੋ ਤੁਸੀਂ ਕਿਹੜੇ lender ਨਾਲ, if they have that feature, you can port your mortgage. But if you're selling it and 2-3 ਮਹੀਨੇ ਬਾਅਦ you're going to buy or then it would be breaking a mortgage, right? So obviously ਸਮਝੋ ਕਿ if you're breaking it, ਤੁਹਾਡੀ ਕੀ penalty, does it make sense? ਆ ਚੀਜ਼ਾਂ ਸਮਝੋ। You can always call your own lender to say ਅੱਜ ਮੈਂ ਮੇਰੀ I want to sell my home, I want to understand if I sell it ਮੇਰੀ ਕੀ ਪੈਨਲਟੀ ਹੋਗੀ। ਨਥਿੰਗ ਰੋਂਗ ਵਿਦ ਇਟ। ਸਮਝਣ 'ਚ ਕੋਈ ਗੱਲ, ਕੋਈ ਹਰਜ ਨਹੀਂ ਹੁੰਦਾ।
ਮੈਨੂੰ ਮੌਰਗੇਜ ਨੂੰ ਲੈ ਕੇ ਹੀ ਰੀਨਿਊਅਲ ਨੂੰ ਲੈ ਕੇ ਵੀ ਕਾਫੀ ਸਵਾਲ ਆ ਰਹੇ ਨੇ, ਪਰ ਸਮਾਂ ਇਜਾਜ਼ਤ ਲੈਣ ਵੱਲ ਨੂੰ ਅੱਗੇ ਵਧ ਰਿਹਾ। ਬਾਕੀ ਦੇ ਜਿਹੜੇ ਸਵਾਲ ਨੇ ਤੁਹਾਨੂੰ ਡਾਇਰੈਕਟਲੀ ਅੰਮ੍ਰਿਤਾ ਜੀ ਨੂੰ ਹੀ ਪੁੱਛਣੇ ਪੈਣੇ ਨੇ। ਹਾਂਜੀ। ਸੋ ਅੰਮ੍ਰਿਤਾ ਜੀ, ਤੁਹਾਡਾ ਫੋਨ ਨੰਬਰ, ਕਿਵੇਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ, ਕਿੱਥੇ ਸਵਾਲ ਪੁੱਛ ਸਕਦੇ ਨੇ? You can call me anytime at 647-505-8643. Again, 647-505-8643. ਬਹੁਤ ਬਹੁਤ ਸ਼ੁਕਰੀਆ Thank ਪ੍ਰੋਗਰਾਮ you. ਦੇ ਵਿੱਚ ਆਉਣ ਲਈ ਤੇ ਇੰਨੀ ਜਾਣਕਾਰੀ ਸਾਂਝੀ ਕਰਨ ਦੇ ਲਈ। Thank you.